ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਅੰਡਰਸਟੈਂਡਿੰਗ ਬੇਸਡ ਜਿਹੜੇ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ ਕਲਾਸ 11th ਦੇ। ਸੋ ਕਲਾਸ 11th ਫਿਜ਼ਿਕਸ ਦੇ ਬੱਚੇ ਅੰਡਰਸਟੈਂਡਿੰਗ ਬੇਸਡ ਕੁਐਸਚਨ ਹੈ। ਕੱਲ੍ਹ ਦੀ ਵੀਡੀਓ ਦੇ ਵਿੱਚ ਲਾਸਟ ਵੀਡੀਓ ਦੇ ਵਿੱਚ ਬੱਚੇ ਅਸੀਂ ਨੌਲੇਜ ਬੇਸਡ ਕੁਐਸਚਨ ਜਿਹੜੇ ਆ ਸੈਕੰਡ ਯੂਨਿਟ ਦੇ ਡਿਸਕਸ ਕਰ ਚੁੱਕੇ ਹਾਂ। ਸਾਈਟ 'ਤੇ ਬੱਚੇ ਤੁਹਾਨੂੰ ਬਿਲਕੁਲ ਉੱਪਰ ਜਿਹੜਾ ਆ ਕਾਰਡ ਦਾ ਲਿੰਕ ਮਿਲ ਜਾਏਗਾ, ਉਸ ਵੀਡੀਓ ਦਾ ਜਿਹੜਾ ਲਿੰਕ ਮਿਲ ਜਾਏਗਾ। ਅਗਰ ਤੁਸੀਂ ਹਲੇ ਤੱਕ ਲਾਸਟ ਲੈਕਚਰ ਨਹੀਂ ਸੁਣਿਆ ਤਾਂ ਬੱਚੇ ਤੁਸੀਂ ਲੈਕਚਰ ਜਿਹੜਾ ਆ ਸੁਣ ਸਕਦੇ ਆ। ਸੋ ਚਲੋ ਸਟਾਰਟ ਕਰਦੇ ਹਾਂ ਅੰਡਰਸਟੈਂਡਿੰਗ ਬੇਸਡ ਕੁਐਸਚਨਸ ਤੋਂ। ਸੋ ਬੱਚੇ ਸਾਡਾ ਫਰਸਟ ਕੁਐਸਚਨ ਆ, ਅਮੰਗ ਦ 4 ਗ੍ਰਾਫਸ ਦੇਅਰ ਆਰ ਓਨਲੀ 1 graph for which ਐਵਰੇਜ ਵੈਲੋਸਿਟੀ ਓਵਰ ਦ ਟਾਈਮ ਇੰਟਰਵਲ 0,1। ਇਹਨਾਂ ਵਿੱਚੋਂ ਸਿਰਫ ਇੱਕ ਗ੍ਰਾਫ ਆ ਜਿਨ੍ਹਾਂ ਦਾ ਟਾਈਮ 0,1 ਆ। ਵੈਨਿਸ਼ ਫॉर ਦ ਸੁਟੇਬਲ ਚੂਜ਼ ਟੀ ਵਿਚ 1 ਇਜ਼ ਇਟ। ਤਾਂ ਇਹਨਾਂ ਵਿੱਚੋਂ ਕਿਹੜਾ ਇੱਕ ਗ੍ਰਾਫ ਆ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਦੀ ਐਵਰੇਜ ਵੈਲੋਸਿਟੀ ਆ ਜਿਹੜੀ ਕਿ 0 ਹੋ ਜਾਏਗੀ। ਸੋ ਆਪਾਂ ਪਹਿਲਾਂ ਐਕਸਪਲੇਨੇਸ਼ਨ ਪੜ੍ਹ ਲੈਂਦੇ ਹਾਂ ਤਾਂ ਕਿ ਤੁਹਾਨੂੰ ਕਲੀਅਰਲੀ ਸਮਝ ਲੱਗ ਸਕੇ। ਉਹਨਾਂ ਨੇ ਕਿਹਾ ਤਾਂ ਬੀ ਆਨਸਰ ਜਿਹੜਾ ਕਰੈਕਟ ਆਨਸਰ ਆ। ਬੀ ਕਰੈਕਟ ਕਿਉਂ ਆ? ਫॉर द ਵੈਲਿਊ ਆਫ ਡਿਸਪਲੇਸਮੈਂਟ। ਅਗਰ ਅਸੀਂ ਡਿਸਪਲੇਸਮੈਂਟ ਦੀ ਗੱਲ ਕਰੀਏ, ਡਿਸਪਲੇਸਮੈਂਟ ਬੱਚੇ ਕੀ ਚੀਜ਼ ਹੁੰਦੀ ਆ? ਜਿਹਦਾ ਇਨੀਸ਼ੀਅਲ ਐਂਡ ਫਾਈਨਲ ਪੁਆਇੰਟ ਸੇਮ ਹੋਵੇ। ਇਹਦਾ ਮਤਲਬ ਏ ਤੋਂ ਲੈ ਕੇ ਬੀ ਤੱਕ, ਬੀ ਤੋਂ ਲੈ ਕੇ ਵਾਪਸ ਏ ਪੁਆਇੰਟ 'ਤੇ ਆ ਗਿਆ ਤਾਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਡਿਸਪਲੇਸਮੈਂਟ। 2 times ਆਰ ਦੇਅਰ, 2 ਟਾਈਮ ਹੋ ਗਏ ਏ ਤੋਂ ਲੈ ਕੇ ਬੀ ਤੱਕ, ਬੀ ਤੋਂ ਲੈ ਕੇ ਏ ਤੱਕ। Therefore, one time the average velocity is positive and other one is a negative। ਇਸ ਕਰਕੇ A ਤੋਂ ਲੈ ਕੇ ਜਦੋਂ B ਤੱਕ ਗਿਆ ਤਾਂ ਉਹਨੂੰ ਪੋਜ਼ਿਟਿਵ ਗਿਣਾਂਗੇ, B ਤੋਂ ਲੈ ਕੇ A ਤੱਕ ਗਿਆ ਤਾਂ ਉਹਨੂੰ ਨੈਗੇਟਿਵ ਗਿਣਾਂਗੇ। Due this average velocity can vanish। ਜਿਹਦੀ ਵਜ੍ਹਾ ਨਾਲ ਜਿਹੜਾ ਆ ਉਹ ਵੈਨਿਸ਼ ਮਤਲਬ ਕਿ ਖਤਮ ਹੋ ਜਾਊਗਾ। ਸੋ ਇਹਦੇ ਵਿੱਚ B ਐਂਡ C ਬੱਚੇ 2 ਪੁਆਇੰਟ ਆ ਰਹੇ ਆ, B ਐਂਡ C ਧਿਆਨ ਨਾਲ ਦੇਖ ਲਓ। ਹੋਰ ਕਿਸੇ ਵੀ ਗ੍ਰਾਫ ਦੇ ਵਿੱਚ B ਐਂਡ C ਨਹੀਂ ਆ ਰਿਹਾ। ਇਹਦਾ ਮਤਲਬ B ਤੋਂ ਲੈ ਕੇ C ਤੱਕ, C ਤੋਂ ਲੈ ਕੇ A ਤੱਕ ਇਸ ਤਰੀਕੇ ਨਾਲ ਜਾਊਗਾ, ਜਾਂ A ਤੋਂ ਲੈ ਕੇ C ਤੱਕ, C ਤੋਂ ਲੈ ਕੇ A ਤੱਕ ਗਿਆ ਤਾਂ ਇੱਥੇ ਜਾ ਕੇ ਜਿਹੜੀ ਆ ਡਿਸਪਲੇਸਮੈਂਟ 0 ਹੋ ਜਾਏਗੀ। ਜੇ ਡਿਸਪਲੇਸਮੈਂਟ 0 ਹੋ ਗਈ ਤਾਂ ਐਵਰੇਜ ਵੈਲੋਸਿਟੀ ਵੀ ਤੁਹਾਡੀ ਕੀ ਹੋ ਜਾਏਗੀ? 0 ਹੋ ਜਾਏਗੀ। ਕਲੀਅਰ ਹੋ ਗਿਆ? ਇਸ ਕਰਕੇ ਜਿਹੜਾ B ਗ੍ਰਾਫ ਆ ਉਹਦੇ ਵਿੱਚ ਜਿਹੜੀ ਤੁਹਾਡੀ ਵੈਲੋਸਿਟੀ ਆ ਉਹ 0 ਹੋ ਸਕਦੀ ਆ। ਨੈਕਸਟ ਕੁਐਸਚਨ ਦੇਖੋ, ਅ ਲਿਫਟ ਇਜ਼ ਕਮਿੰਗ ਫਰੋਮ 8th floor and just about to reach 4th floor। 8ਵੇਂ ਫਲੋਰ 'ਤੇ ਮੰਨ ਲਓ ਤੁਸੀਂ ਲਿਫਟ ਦੇ ਵਿੱਚ ਖੜੇ ਆ, 8ਵੇਂ ਫਲੋਰ ਦੇ ਉੱਤੇ ਸੀ, ਤੁਹਾਨੂੰ ਕਿਹਾ ਗਿਆ ਕਿ ਚੌਥੇ ਫਲੋਰ 'ਤੇ ਆ ਜਾਓ। 8ਵਾਂ ਫਲੋਰ ਉੱਪਰ ਆ, ਚੌਥਾ ਫਲੋਰ ਨੀਚੇ ਆ। ਟੇਕਿੰਗ ਗਰਾਊਂਡ ਫਲੋਰ ਐਜ਼ ਓਰੀਜਨ। ਕਹਿੰਦੇ ਸਭ ਤੋਂ ਜਿਹੜਾ ਨੀਚੇ ਵਾਲਾ ਗਰਾਊਂਡ ਆ ਉਹਨੂੰ ਫਸਟ ਫਲੋਰ ਕਾਊਂਟ ਕੀਤਾ ਜਾਵੇ। ਇਹਦਾ ਮਤਲਬ ਮੰਨ ਲਓ ਕਿ ਆ ਤੁਹਾਡਾ ਓਰੀਜਨ ਆ, ਉਹ ਇੱਥੇ ਫਸਟ ਫਲੋਰ, ਸੈਕੰਡ ਫਲੋਰ, ਥਰਡ ਫਲੋਰ, ਫੋਰਥ ਫਲੋਰ, ਠੀਕ ਹੈ, ਅਪ ਟੂ 8th ਫਲੋਰ ਤੱਕ ਗਏ। ਤਾਂ ਬੱਚੇ ਧਿਆਨ ਨਾਲ ਦੇਖ ਲਓ, ਤੁਸੀਂ 8th ਤੋਂ 4th ਫਲੋਰ ਵੱਲ ਆ ਰਹੇ ਆ, ਮਤਲਬ ਨੀਚੇ ਨੂੰ ਆ ਰਹੇ ਆ। ਪਹਿਲੀ ਗੱਲ ਤਾਂ ਤੁਹਾਡੀ ਐਕਸਲਰੇਸ਼ਨ ਡਾਊਨਵਰਡ ਆ, ਇਹਦਾ ਮਤਲਬ ਨੀਚੇ ਵੱਲ ਨੂੰ ਜਾ ਰਹੇ ਆ ਤਾਂ ਰਿਟਾਰਡੇਸ਼ਨ ਹੈ। ਕਲੀਅਰ ਹੋ ਗਿਆ ਵੀ ਉੱਪਰੋਂ ਨੀਚੇ ਨੂੰ ਆ ਰਹੇ ਆ। ਅਗਰ ਨੀਚੇ ਵੱਲ ਨੂੰ ਆ ਰਹੇ ਆ ਤੁਹਾਡੀ ਐਕਸਲਰੇਸ਼ਨ ਦੀ ਕੋਈ ਨਾ ਕੋਈ ਵੈਲਿਊ ਹੋਏਗੀ, ਲਾਈਕ ਐਕਸਲਰੇਸ਼ਨ 2 ਮੀਟਰ ਪਰ ਸੈਕਿੰਡ ਸਕੇਅਰ ਆ ਜਾਂ ਕੁਛ ਵੀ ਆ, ਮਤਲਬ ਕਿ 0 ਨਾਲੋਂ ਵੱਡੀ ਟਰਮ ਹੋਏਗੀ। ਜੇ 2 ਵੀ ਲੈ ਰਹੇ ਆ ਤਾਂ 0 ਨਾਲੋਂ ਵੱਡੀ ਆ, ਜੇ 10 ਲੈ ਰਹੇ ਆ ਐਕਸਲਰੇਸ਼ਨ ਤਾਂ ਵੀ 0 ਨਾਲੋਂ ਵੱਡੀ ਆ। ਇਹਦਾ ਮਤਲਬ ਇਹ ਜਿਹੜਾ ਆ ਉਹ 0 ਨਾਲੋਂ ਗ੍ਰੇਟਰ ਹੋਣਾ ਚਾਹੀਦਾ, ਇਹ ਜਿਹੜਾ ਆ ਗ੍ਰੇਟਰ ਹੋਣਾ ਚਾਹੀਦਾ। ਆਹ ਆਪਸ਼ਨ ਗਲਤ ਆ। ਨੈਕਸਟ ਆ ਜਾਓ, ਹੁਣ ਕੀ ਆ, ਉਹਨਾਂ ਨੇ ਵੈਲੋਸਿਟੀ ਤੇ ਡਿਸਪਲੇਸਮੈਂਟ ਦੀ ਗੱਲ ਕੀਤੀ ਆ। ਪਹਿਲਾਂ ਕਿੰਨਵੇਂ ਸੀ? 8ਵੇਂ ਫਲੋਰ 'ਤੇ। ਅਸੀਂ ਓਰੀਜਨ ਤੋਂ ਦੇਖਣਾ, ਹੁਣ ਕਿਤੇ ਆ ਗਿਆ ਚੌਥੇ ਫਲੋਰ 'ਤੇ। ਪਹਿਲਾਂ 8ਵੇਂ 'ਤੇ ਸੀ ਬੱਚੇ, ਹੁਣ 4th ਫਲੋਰ 'ਤੇ ਆ। ਇਹਦਾ ਮਤਲਬ ਜਿਹੜੀ ਤੁਹਾਡੀ ਡਿਸਟੈਂਸ ਆ ਉਹ ਕੀ ਹੋ ਗਈ? ਘੱਟ ਗਈ। ਕਲੀਅਰ ਹੋ ਗਈ? ਪਹਿਲਾਂ ਕਿੰਨੀ ਸੀ? 8, ਹੁਣ 4 ਆ, ਮਤਲਬ 8 ਵਿੱਚੋਂ 4 ਘਟਾਤੇ 4। ਸੋ ਐਕਸ ਕੀ ਹੋ ਗਈ ਤੁਹਾਡੀ? ਘਟ ਗਈ। ਸੋ ਇਹਦਾ ਮਤਲਬ ਐਕਸ ਦੀ ਵੈਲਿਊ ਜਿਹੜੀ ਆ ਉਹ ਨੈਗੇਟਿਵ 'ਚ ਚਲੇਗੀ। ਕਿੰਨੀ ਨੈਗੇਟਿਵ 'ਚ ਚਲੇਗੀ? 4, 4 ਘਟ ਗਈ, -4। -4 ਆ ਜਿਹੜਾ 0 ਨਾਲੋਂ ਵੱਡਾ ਹੈ ਕਿ ਛੋਟਾ? ਡੈਫੀਨੇਟਲੀ ਛੋਟਾ ਆ। ਸੋ ਐਕਸ ਕੀ ਹੋ ਗਿਆ ਤੁਹਾਡਾ? ਲੈਸ ਦੈਨ 0। ਐਕਸ ਕੀ ਹੋ ਗਿਆ? ਲੈਸ ਦੈਨ 0। ਸੋ ਆ ਬੀ ਆਪਸ਼ਨ ਗਲਤ ਆ। ਸੋ ਏ ਆਪਸ਼ਨ ਜਿਹੜੀ ਆ ਤੁਹਾਡੀ ਰਾਈਟ ਆਪਸ਼ਨ ਆ। ਸਿਮਿਲਰਲੀ ਜਿਹੜੀ ਵੈਲੋਸਿਟੀ ਆ ਬੱਚੇ ਉਹ ਡਾਊਨਵਰਡ ਆ, ਜਿੱਦਾਂ ਡਿਸਪਲੇਸਮੈਂਟ ਦੇ ਵਿੱਚ ਪੋਜ਼ਿਟਿਵ ਨੈਗੇਟਿਵ 0 ਵੈਲਿਊ ਹੋ ਸਕਦੀਆਂ। ਸਿਮਿਲਰਲੀ ਵੈਲੋਸਿਟੀ 0 ਪੋਜ਼ਿਟਿਵ ਨੈਗੇਟਿਵ ਹੋ ਸਕਦੀ ਆ। ਉੱਪਰੋਂ ਨੀਚੇ ਆ ਰਹੀ ਹੈ ਤਾਂ ਵੈਲੋਸਿਟੀ ਜਿਹੜੀ ਨੈਗੇਟਿਵ ਕਾਊਂਟ ਹੋਏਗੀ। ਕਲੀਅਰ ਹੋ ਗਿਆ? ਸੋ ਵੀ ਇਜ਼ ਲੈਸ ਦੈਨ 0 ਹੋਏਗਾ। ਨੈਕਸਟ ਇਨ 1 ਡਾਇਮੈਂਸ਼ਨ ਮੋਸ਼ਨ ਦੇ ਵਿੱਚ ਇੰਸਟੈਂਟੇਨੀਅਸ ਵੈਲੋਸਿਟੀ ਵੀ ਸੈਟਿਸਫਾਈਡ 0 ਨਾਲੋਂ ਵੱਡਾ ਜਾਂ ਇਕੁਅਲ ਹੋਏਗਾ ਵੈਲੋਸਿਟੀ ਨਾਲੋਂ, ਉਹ ਤੋਂ ਵੀ ਵੱਡੀ ਹੋਏਗੀ V0। ਹੁਣ V0 ਕੀ ਆ? ਜਦੋਂ ਅਸੀਂ ਕੋਈ ਮੈਕਸਿਮਮ ਡਿਸਟੈਂਸ ਕਵਰ ਕਰਦੇ ਹਾਂ
ਤਾਂ ਅਸੀਂ ਉੱਥੇ ਮੈਕਸਿਮਮ ਵੈਲੋਸਿਟੀ ਬੋਲ ਦਿੰਦੇ ਹਾਂ, ਜਿਹਨੂੰ ਅਸੀਂ ਵੀ ਨੋਟ ਕਹਿ ਦਿੰਦੇ ਹਾਂ। ਕਲੀਅਰ ਹੋ ਗਿਆ? ਵੀ ਨੋਟ ਕੀ ਆ? ਮੈਕਸਿਮਮ ਵੈਲੋਸਿਟੀ, ਜਿੰਨੀ ਮੈਕਸਿਮਮ ਵੈਲੋਸਿਟੀ ਤੁਸੀਂ ਕਰ ਸਕਦੇ ਆ। ਚੂਜ਼ ਦਾ ਕਰੈਕਟ ਆਪਸ਼ਨ, ਇਹਨਾਂ ਵਿੱਚੋਂ ਸਭ ਤੋਂ ਜਿਹੜੀ ਕਰੈਕਟ ਆਪਸ਼ਨ ਕਿਹੜੀ ਆ? ਤਾਂ ਡੈਫੀਨੇਟਲੀ ਤੁਹਾਨੂੰ ਆਪਸ਼ਨਸ ਪੜ੍ਹਨੀਆਂ ਪੈਣਗੀਆਂ। ਨੰਬਰ 1, ਡਿਸਪਲੇਸਮੈਂਟ ਇਨ ਅ ਟਾਈਮ ਟੀ ਮਸਟ ਆਲਵੇਜ਼ ਟੇਕ ਅ ਨੋਨ ਨੈਗੇਟਿਵ ਨੰਬਰ। ਨੋਨ ਨੈਗੇਟਿਵ ਮਤਲਬ ਹਮੇਸ਼ਾ ਨੈਗੇਟਿਵ ਨੰਬਰ ਹੀ ਜਿਹੜਾ ਹੋਣਾ ਚਾਹੀਦਾ ਆ। ਨੋਨ ਨੈਗੇਟਿਵ ਵੈਲਿਊ, ਨੋਨ ਨੈਗੇਟਿਵ ਮਤਲਬ ਨੈਗੇਟਿਵ ਵੈਲਿਊ ਮਤਲਬ ਪੋਜ਼ੀਟਿਵ, ਨੋਨ ਨੈਗੇਟਿਵ ਮਤਲਬ ਪੋਜ਼ੀਟਿਵ ਵੈਲਿਊ, ਹਮੇਸ਼ਾ ਪੋਜ਼ੀਟਿਵ ਵੈਲਿਊ ਹੀ ਹੋਣੀ ਚਾਹੀਦੀ। ਪਰ ਜਿਹੜਾ ਡਿਸਪਲੇਸਮੈਂਟ ਆ ਉਹ ਪੋਜ਼ੀਟਿਵ ਨੈਗੇਟਿਵ ਜ਼ੀਰੋ ਹੋ ਸਕਦਾ ਆ। ਸੋ ਪਹਿਲੀ ਤਾਂ ਕਰੈਕਟ ਨਹੀਂ ਆ। ਸੈਕਿੰਡ ਕੀ ਆ? ਹੁਣ ਬੱਚੇ ਮੈਕਸੀਮਮ ਜਿਹੜੀ ਆ ਉਹ ਤੁਹਾਡੀ ਨੈਗੇਟਿਵ ਮੈਕਸੀਮਮ ਵੀ ਹੋ ਸਕਦੀ ਆ, ਪੋਜ਼ੀਟਿਵ ਮੈਕਸੀਮਮ ਵੀ ਹੋ ਸਕਦੀ ਆ। ਤਾਂ ਜਿਹੜੇ ਟੋਟਲ ਟਾਈਮ ਲੱਗਿਆ ਉਹ ਕਿੰਨਾ ਲੱਗਿਆ? ਵੀ ਨੋਟ ਟੀ। ਕਿੰਨਾ ਲੱਗਿਆ? ਵੀ ਨੋਟ ਟੀ। ਸੋ ਮੈਕਸੀਮਮ ਕਿੰਨਾ ਹੋਏਗਾ? ਪੋਜ਼ੀਟਿਵ ਵੀ ਨੋਟ ਨੀ। ਤਾਂ ਮੈਕਸੀਮਮ ਨੈਗੇਟਿਵ ਕਿੰਨਾ ਹੋਏਗਾ? ਮਾਈਨਸ ਵੀ ਨੋਟ ਟੀ। ਸੋ ਇਹਦਾ ਮਤਲਬ ਐਕਸ ਇਹਨਾਂ ਦੋਨਾਂ ਦੇ ਵਿਚਕਾਰ ਲਾਈ ਕਰਦਾ ਹੋਏਗਾ। ਸੋ ਡਿਸਪਲੇਸਮੈਂਟ ਬੀ ਜਿਹੜਾ ਆ ਉਹ ਰਾਈਟ ਆਨਸਰ ਹੈ। ਨੈਕਸਟ ਦੇਖ ਲਓ, ਦ ਵਹੀਕਲ ਟਰੈਵਲਸ ਹਾਫ ਦ ਡਿਸਟੈਂਸ ਐਲ। ਹਾਫ ਦ ਡਿਸਟੈਂਸ ਐਲ ਮਤਲਬ ਕਿ ਐਲ ਓਵਰ 2। ਉਹਨੇ ਡਿਸਟੈਂਸ ਕਿੰਨਾ ਕਵਰ ਕੀਤਾ? ਐਲ ਓਵਰ 2। ਵੈਲੋਸਿਟੀ ਕਿੰਨੀ ਲੱਗੀ? v1। ਇਹਦਾ ਮਤਲਬ ਬੱਚੇ ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਹੈ? ਡਿਸਟੈਂਸ ਓਵਰ ਟਾਈਮ ਦੇ। ਡਿਸਟੈਂਸ ਓਵਰ ਟਾਈਮ, ਡਿਸਟੈਂਸ ਕਿੰਨਾ ਲੱਗ ਰਿਹਾ? ਐਲ ਓਵਰ 2t। ਇਹਦਾ ਮਤਲਬ ਵੈਲੋਸਿਟੀ v1 ਤੁਹਾਡੇ ਕੋਲ ਕਿੰਨੀ ਆ ਗਈ? l ਡਿਵਾਈਡਡ ਬਾਈ 2t। ਸਿਮਿਲਰਲੀ ਕਹਿੰਦੇ ਹਾਫ ਵਿਦ v2 ਦੈਨ ਐਵਰੇਜ ਸਪੀਡ ਕਿੰਨੀ ਹੋਏਗੀ? ਸੋ ਬੱਚੇ ਆਪਾਂ ਪ੍ਰੋਪਰ ਕੈਲਕੂਲੇਸ਼ਨ ਕਰਕੇ ਦੇਖਦੇ ਹਾਂ। ਸੋ t ਹੁਣੇ ਤੁਹਾਨੂੰ ਦੱਸਿਆ t ਕਿਹਦੇ ਇਕੁਅਲ ਆ? ਵੈਲੋਸਿਟੀ ਕਿਹਦੇ ਇਕੁਅਲ ਆ? ਡਿਸਟੈਂਸ ਓਵਰ ਟਾਈਮ। ਟਾਈਮ ਉੱਧਰ ਲੈ ਜਾਓ। ਸੋ t1 ਕਿਹਦੇ ਇਕੁਅਲ ਆਏਗਾ? d ਡਿਵਾਈਡਡ ਬਾਈ v1। d ਹੁਣੇ ਅਸੀਂ ਦੱਸਿਆ ਕਿੰਨਾ ਆ? l ਓਵਰ 2 ਡਿਵਾਈਡਡ ਬਾਈ v1। 2 ਜਿਹੜਾ ਨੀਚੇ ਚਲਾ ਜਾਏਗਾ। ਸੋ ਕਿੰਨਾ ਆ ਗਿਆ? t1 ਦੀ ਵੈਲਿਊ ਕਿੰਨੀ ਆ ਗਈ? l ਡਿਵਾਈਡਡ ਬਾਈ 2 v1। ਆ ਤੁਹਾਡੀ t ਦੀ ਵੈਲਿਊ ਆ ਗਈ। ਕਲੀਅਰ ਹੋ ਗਿਆ? ਸਿਮਿਲਰਲੀ t2 ਨਿਕਾਲ ਲਿਆ। ਸੋ ਐਵਰੇਜ ਸਪੀਡ ਕਿਹਦੀ ਇਕੁਅਲ ਹੁੰਦੀ ਹੈ? ਟੋਟਲ ਟਾਈਮ ਟਰੈਵਲ ਡਿਵਾਈਡਡ ਬਾਈ ਟੋਟਲ ਟਾਈਮ ਟੇਕਨ। ਸੋ l ਡਿਵਾਈਡਡ ਬਾਈ t1 ਪਲੱਸ t2। t1 t2 ਦੀ ਦੋਨਾਂ ਦੀ ਵੈਲਿਊ ਪੁੱਟ ਕੀਤੀ। ਇੱਥੋਂ l ਜਿਹੜਾ ਆ ਕਾਮਨ ਬਾਹਰ ਨਿਕਾਲ ਲਓ ਤਾਂ ਆ ਗਿਆ l ਡਿਵਾਈਡਡ ਬਾਈ l ਓਵਰ 2। ਅੰਦਰ ਰਹਿ ਗਿਆ 1 ਓਵਰ v1 ਪਲੱਸ 1 ਓਵਰ v2। ਆਹ ਵਾਲਾ l ਦੇ ਨਾਲ ਕੱਟਿਆ ਗਿਆ ਤਾਂ ਆਹ ਵਾਲੀ ਇਕੁਏਸ਼ਨ ਆ ਗਈ। ਨੈਕਸਟ ਤਾਂ ਬੱਚੇ ਨੂੰ ਐਲਸੀਐਮ ਕਰਕੇ ਸੋਲਵ ਕੀਤਾ ਹੋਇਆ, ਕਰਕੇ ਦੇਖ ਲੈਣਾ। ਨਹੀਂ ਹੋਏਗਾ ਤਾਂ ਮੈਂ ਸਟੈਪ ਬਾਈ ਸਟੈਪ ਦੱਸ ਦੂੰਗੀ। ਨੈਕਸਟ ਆ ਦ ਡਿਸਪਲੇਸਮੈਂਟ ਆਫ ਅ ਪਾਰਟੀਕਲ ਇਜ਼ ਗਿਵਨ ਬਾਈ ਐਕਸ ਦੀ ਵੈਲਿਊ ਇੰਨੀ ਆ। ਉਹ ਕਹਿੰਦੇ ਫਸਟ 4 ਸੈਕਿੰਡ ਦੀ ਜਿਹੜੀ ਆ ਤੁਸੀਂ ਪਾਰਟੀਕਲ ਪਤਾ ਕਰੋ। ਫਸਟ 4 ਸੈਕਿੰਡ ਦਾ ਕੀ ਮਤਲਬ ਆ? ਪਹਿਲਾਂ ਟਾਈਮ 0 ਪੁੱਟ ਕਰ ਲਓ। ਸੋ ਐਕਸ t ਮਾਈਨਸ 2 ਦਿੱਤਾ, ਮਤਲਬ 0 ਮਾਈਨਸ 2 ਕਿੰਨਾ ਹੋ ਗਿਆ? ਮਾਈਨਸ 2 ਦਾ ਸਕੇਅਰ ਕਿੰਨਾ ਹੋ ਜਾਏਗਾ? 4। ਅਗਰ ਅਸੀਂ t ਦੀ ਵੈਲਿਊ 1 ਪੁੱਟ ਕਰ ਦਈਏ, 1 ਮਾਈਨਸ 2 ਦਾ ਸਕੇਅਰ, 2 ਚੋਂ 1 ਗਏ ਮਾਈਨਸ 1, ਮਾਈਨਸ 1 ਦਾ ਸਕੇਅਰ 1। ਠੀਕ ਹੈ ਜੀ। ਅੱਗੇ ਸੋਲਵ ਕਰੋ। ਜੇ ਅਸੀਂ t ਦੀ ਵੈਲਿਊ 2 ਪੁੱਟ ਕਰ ਦਈਏ, 2 ਚੋਂ 2 ਗਏ 0, 0 ਦਾ ਸਕੇਅਰ 0। ਅੱਗੇ ਆ ਜਾਓ, ਜੇ ਅਸੀਂ ਇਹਦੀ ਵੈਲਿਊ 3 ਪੁੱਟ ਕਰ ਦਈਏ, 3 ਚੋਂ 2 ਗਏ ਤਾਂ 1, 1 ਦਾ ਸਕੇਅਰ 1। ਲਾਸਟ ਵਾਲਾ ਕਿੰਨਾ ਹੋਏਗਾ? ਜਿਹਦੀ ਵੈਲਿਊ ਅਸੀਂ 4 ਪੁੱਟ ਕਰ ਦਈਏ, 4 ਚੋਂ 2 ਗਏ 2, 2 2 ਦਾ 4। ਸੋ ਆਹ ਵੈਲਿਊਜ਼ ਆ ਰਹੀਆਂ 4 1 0 1 4। ਕਲੀਅਰ ਹੋ ਗਿਆ ਕਿੱਦਾਂ ਆ ਰਿਹਾ? ਸੋ ਇੱਥੇ ਪ੍ਰੋਪਰ ਸੋਲਵ ਵੀ ਬੱਚੇ ਕੀਤਾ ਹੋਇਆ ਆ। 4 1 0 1 4 ਸਾਰਿਆਂ ਨੂੰ ਐਡ ਕਰ ਦਿਓ। ਐਡ ਕਰ ਦਿੱਤਾ। ਫਸਟ 4 ਹੀ ਪੁੱਛਿਆ ਉਹਨਾਂ ਨੇ। ਠੀਕ ਹੈ ਜੀ। 4 ਮਤਲਬ ਕਿ ਅਸੀਂ ਡਿਸਪਲੇਸਮੈਂਟ ਵੀ ਇਹਦੀ ਨਿਕਾਲਣੀ ਆ। ਅਸੀਂ ਹਲੇ ਸਿਰਫ ਟਾਈਮ ਨਿਕਾਲ ਕੇ ਹਟੇ ਹਾਂ। ਸੋ x ਨੋਟ ਮਾਈਨਸ x1, x ਨੋਟ ਮਾਈਨਸ x1। x ਨੋਟ ਕਿੰਨਾ ਸਾਡਾ 4 ਮੀਟਰ ਚੋਂ 1 ਮੀਟਰ ਨਿਕਾਲਿਆ ਤਾਂ ਕਿੰਨਾ ਆ ਗਿਆ? 3। ਸੋ ਆ ਗਿਆ 3। ਅਗਲਾ ਕਿੰਨਾ? 1 ਚੋਂ 0 ਮਾਈਨਸ ਕੀਤਾ ਕਿੰਨਾ ਆ ਗਿਆ? 1। ਲਿਖ ਦਿੱਤਾ 1। ਨੈਕਸਟ ਕਿੰਨਾ ਆ? 0 ਚੋਂ 1 ਮਾਈਨਸ ਕੀਤਾ ਆ ਗਿਆ 1। ਸੋ ਇਹਨੂੰ ਉਹਦੇ ਵਿੱਚ ਹੀ ਕਾਊਂਟ ਕਰਾਂਗੇ। ਲਾਸਟ 4 ਚੋਂ 1 ਮਾਈਨਸ ਕੀਤਾ ਤਾਂ ਆ ਗਿਆ 3। ਠੀਕ ਹੈ ਜੀ, ਆ ਗਿਆ 3। ਸੋ ਸਾਰੇ ਆਪਾਂ ਜਿਹੜੀ ਆ ਡਿਸਟੈਂਸ ਬੱਚੇ, ਕਿਉਂਕਿ ਇੱਥੇ ਡਿਸਪਲੇਸਮੈਂਟ ਨਹੀਂ ਪੁੱਛੀ, ਡਿਸਟੈਂਸ ਪੁੱਛੀ ਆ। ਮਾਈਨਸ ਦੇ ਵਿੱਚ ਡਿਸਟੈਂਸ ਹੋ ਨਹੀਂ ਸਕਦੀ। ਸੋ ਇਹਨੂੰ ਨਿਗਲੈਕਟ ਕਰ ਦਿਓ। ਇੱਥੇ ਵੀ 1 ਮਾਈਨਸ 4 ਆਉਣਾ ਚਾਹੀਦਾ ਸੀ, ਮਾਈਨਸ 3। ਮਾਈਨਸ ਅਸੀਂ ਲੈਣਾ ਨਹੀਂ ਆ, ਡਿਸਟੈਂਸ ਆ। ਸੋ ਸਾਰੀਆਂ ਟਰਮਸ ਨੂੰ ਐਡ ਕਰ ਦਿੱਤਾ ਤਾਂ ਸਾਡਾ ਆਨਸਰ ਕਿੰਨਾ ਆ ਗਿਆ? 8 ਮੀਟਰ। ਕਲੀਅਰ ਹੈ ਜੀ। ਨੈਕਸਟ ਆ ਜਾਓ ਬੱਚੇ, 6th ਕੁਐਸਚਨ ਜਿਹੜਾ ਆ 4th ਕੁਐਸਚਨ ਵਰਗਾ ਹੀ ਆ ਸੇਮ। ਸੋ ਟਰਾਈ ਕਰਨਾ, ਖੁਦ ਕਰਕੇ ਦੇਖਣਾ। ਨਹੀਂ ਹੋਏਗਾ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੇਣਾ। ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਆ ਜਾਏਗਾ, ਮਿਲ ਜਾਏਗਾ ਦਾ ਸੋਲਿਊਸ਼ਨ। ਨੈਕਸਟ ਆ ਦਾ ਐਂਗਲ ਬਿਟਵੀਨ A ਐਂਡ B। ਐਂਗਲ ਮਤਲਬ ਅਸੀਂ ਕੌਸ ਪਤਾ ਕਰਨਾ ਆ। ਸੋ ਕੌਸ ਥੀਟਾ ਕਿਹਦੇ ਇਕੁਅਲ ਹੁੰਦਾ ਆ? A ਵੈਕਟਰ ਡੋਟ B ਵੈਕਟਰ ਡਿਵਾਈਡਡ ਬਾਈ ਮੈਗਨੀਟਿਊਡ ਆਫ A ਵੈਕਟਰ ਐਂਡ ਮੈਗਨੀਟਿਊਡ ਆਫ B ਵੈਕਟਰ। ਇਹਦਾ ਮਤਲਬ A ਨੂੰ B ਦੇ ਨਾਲ ਮਲਟੀਪਲਾਈ ਕਰਨਾ।
ए वैक्टर डॉट बी नू मल्टीप्लाई करना आई डॉट जे डॉट आई माइनस जे, आई क्रॉस आई 1 माइनस जे क्रॉस के 1। सो दोनों ही माइनस च जा रहे आ तो साडा आंसर उपर की आ जाएगा 0। सो इत्थे बच्चे फरदर इनू सॉल्व करने की जरूरत नहीं आ क्योंकि उन्होंने लिखा कॉस थीटा इज इक्वल्स टू ए वैक्टर डॉट बी वैक्टर। सो साडा उपर ही 0 आ गया डिवाइडेड बाय नीचे मैगनीट्यूड जो मर्जी सॉल्व कर लो, जो मर्जी आंसर आ जाए। जो असी किसी भी टर्म नू 0 दे नाल ही उपर कह लो डिवाइड कर दिता तो आंसर तुहाडा हमेशा ही 0 आऊगा। सो आ वाली टर्म नू सॉल्व करने की कोई जरूरत नहीं आ। अदरवाइज तुसीं देख सकते हैं किद्दां सॉल्व करना है, बट अदरवाइज हुण सानूं पता भी उपरली टर्म ही 0 आ गई। ਇਹਦਾ मतलब cos थीटा का आंसर कितना आ गया ਤੁਹਾਡਾ 0 डिग्री। 0 डिग्री कदों आंदा ਜਦੋਂ थीटा की वैल्यू कितनी ਹੁੰਦੀ ਆ 90 डिग्री। सो आंसर कितना आ गया ਤੁਹਾਡਾ 90 डिग्री। बच्चे ट्रिग्नोमैट्रिक फंक्शन तुसीं कीते होणगे 10th क्लास ਦੇ ਵਿੱਚ, ਉਹ 'ਚ तुसीं कीता होना आ sin 0 डिग्री इक्वल्स टू 1, sin 90 डिग्री इक्वल्स टू 0। हुण साडा cos थीटा का आंसर 0 डिग्री आया। थीटा का आंसर 0 कदों आया ਜਦੋਂ कि 90 डिग्री आ। क्लीयर हो गई जी गल। सो आ ਤੁਹਾਡਾ 7th क्वेश्चन सी। नैक्सट चलते हैं क्वेश्चन नंबर 8 के उपर। विच वन ऑफ द फॉलोइंग स्टेटमेंट इज़ ट्रू। इन्हां विचों किहड़ी स्टेटमेंट ट्रू आ, सिंपल आ, तुसीं खुद कर सकते हैं। सो ट्राई करके देखना। नैक्सट बच्चे मेरे समझाने वाला क्वेश्चन आ, कहते फिगर शो की हुई आ ओरीएंटेशन का मतलब हुंदा थीटा एंगल ऑफ 2 वैक्टर्स u एंड v। 2 वैक्टर दिते हुए आ एक्स वाई प्लेन दे विच। जिहड़ा u आ बच्चे उहदी वैल्यू सानू गिवन आ कि 2i प्लस बी जे आ और आ वाली v की वैल्यू कितनी आ पी आई प्लस क्यू जे आ। कहते विच वन इज़ द करैक्ट। इन्हां विचों किहड़ा करैक्ट आ। ए एंड बी आर पॉजिटिव। ए ते बी की आ, ए भी पॉजिटिव बी भी पॉजिटिव। पहला तो यही देख लैंदे आ पॉजिटिव का की मतलब आ। ए जिहड़ा है एक्स एक्सिस दे लॉन्ग आ, मतलब इधर नूं जा रहा, मतलब आ भी एक्स एक्सिस की आ पॉजिटिव आ, वाई एक्सिस भी पॉजिटिव आ। इहदा मतलब ए और बी दोनों ही पॉजिटिव होणगे, तो बिल्कुल करैक्ट आ। हुण पी ते क्यू की होएगा। हुण आ नीचे नूं आ गया, नीचे नूं आ गया। अगर वाई एक्सिस आह आ, नीचे की हुंदी आ वाई डैश एक्सिस। वाई डैश का मतलब की आ, यह नैगेटिव एक्स एक्सिस आ। इहदा मतलब जिथे भी तुहाडा आई होएगा, जिथे भी तुहाडा आई होएगा वो की होएगा पॉजिटिव। ते जे मतलब वाई एक्सिस आ इधर पॉजिटिव आ, तो इधर वाला की होएगा नैगेटिव। इहदा मतलब जे की होएगा नैगेटिव। इहदा मतलब पी की आ पॉजिटिव, तो क्यू की आ तुहाडा नैगेटिव। क्लीयर हो गया। नैगेटिव क्यों आ, क्योंकि डायरैक्शन नीचे वाल नूं आ। सो 3 चीज़ां साडे कोल पॉजिटिव आ, ए बी पी। देख लो ए पी बी आर पॉजिटिव, तो क्यू की है तुहाडी नैगेटिव। सो बी ऑप्शन इज़ द राइट आंसर। क्लीयर हो गया जी। नैक्सट क्वेश्चन ते चलते हैं। नैक्सट क्वेश्चन आ द कंपोनेंट ऑफ अ वैक्टर आर अलॉन्ग एक्स एक्सिस विल बी मैक्सिमम। जिहड़ा आर आ वैक्टर है वो कहते एक्स एक्सिस दे अलॉन्ग आ। मान लिया एक्स एक्सिस दे अलॉन्ग कदों मैक्सिमम होएगा। मैक्सिमम कदों होएगा। हुण बच्चे सानू पता कॉस थीटा, कॉस थीटा की वैल्यू 0 होएगी तो मिनिमम आ, 1 होएगी तो मैक्सिमम आ। इहदा मतलब 1 आंसर कदों आंदा, कॉस 0 डिग्री इज इक्वल्स टू 1 ते कॉस 90 डिग्री इक्वल्स टू 0। असी कह रहे हैं कि जो 1 आंसर आएगा उदों मैक्सिमम होएगा, तो एंगल कितना होएगा उस टाइम 0 डिग्री। सो एंगल कितना होएगा तुहाडा 0 डिग्री। इहदा मतलब 0 डिग्री है तो वो वाई एक्सिस एक्स एक्सिस के अलॉन्ग ही मूव करेगा क्योंकि 0 आ। जे 90 हुंदा तो उपर नूं मूव करना सी वाई एक्सिस के अलॉन्ग। जे 180 हुंदा तो एंटी क्लॉकवाइज मतलब कि इधर नूं मूव करना सी। हुण 0 एंगल आ गया तो मतलब सेम डायरैक्शन च मूव करेगा। सो आंसर आ गया आर इज़ अलॉन्ग पॉजिटिव एक्स एक्सिस। नैक्सट देखो द हॉरिजॉन्टल रेंज ऑफ प्रोजैक्टाइल फायर एट एन एंगल ऑफ 15 डिग्री इज़ 50 मीटर। यदा मतलब 50 मीटर थानू हॉरिजॉन्टल रेंज आर गिवन आ। सो 50 मतलब आर गिवन आ, थीटा गिवन है। इफ इट इज़ अ फायर्ड विद द सेम स्पीड, अगर सेम स्पीड के नाल असीं उहनूं सुट्टीए तो एंगल जिहड़ा थीटा 2 आ 45 आ, तो रेंज मतलब कि एच पता कर, रेंज मतलब आर पता करो, हॉरिजॉन्टल रेंज आर पता करो। सो आ 1 लै लो तो आह 2 सानू बच्चे फॉर्मूला पता है, थोनू ट्रिक मैं दसिया सीगा तुम रॉक स्टार हमारे, उहदे अकॉर्डिंगली आर दा फॉर्मूला की बनता है यू स्केयर थीटा साइन 2 थीटा डिवाइडेड बाय जी। जो असी 1 लवांगे तो इत्थे भी 1 आ जाएगा,
ਜਦੋਂ ਇੱਥੇ R2 ਡਿਵਾਈਡਡ ਬਾਈ R2 ਲਵਾਂਗੇ ਤਾਂ ਮਲਟੀਪਲਾਈ ਕਰ ਦਿੱਤਾ U ਸਕੁਅਰ ਸਾਈਨ 2 ਥੀਟਾ ਡਿਵਾਈਡਡ ਬਾਈ G, G ਦੇ ਨਾਲ G ਕੱਟਿਆ ਗਿਆ, U ਦੇ ਨਾਲ U ਕੱਟਿਆ ਗਿਆ। ਉੱਪਰ ਕਿੰਨਾ ਐਂਗਲ, ਪਹਿਲੇ ਤੇ ਐਂਗਲ ਬੱਚੇ ਸਾਨੂੰ ਕਿੰਨਾ ਗਿਵਨ ਸੀ 15 ਡਿਗਰੀ, ਮਤਲਬ ਕਿ ਥੀਟਾ ਐਂਗਲ ਥੀਟਾ 1 ਥੀਟਾ 2 ਅਸੀਂ ਅਲੱਗ-ਅਲੱਗ ਪੁੱਟ ਕਰਾਂਗੇ। 15 ਨੂੰ 1 ਨਾਲ ਮਲਟੀਪਲਾਈ ਕੀਤਾ 30 ਆ ਗਿਆ ਸਾਈਨ 30 ਡਿਵਾਈਡਡ ਬਾਈ ਦੂਸਰਾ ਐਂਗਲ ਸਾਨੂੰ ਕਿੰਨਾ ਗਿਵਨ ਆ 45, ਥੀਟਾ ਦੀ ਵੈਲਿਊ 45 ਪੁੱਟ ਕਰਾਂਗੇ, 2 ਨਾਲ ਮਲਟੀਪਲਾਈ ਕੀਤਾ ਤਾਂ ਸਾਈਨ 90 ਆ ਗਿਆ। ਸਾਈਨ 90 ਇਕੁਅਲਸ ਟੂ, ਸੋ ਸਾਈਨ 90 1 ਦੇ ਇਕੁਅਲ ਆ, ਸਾਈਨ 30 1 ਡਿਵਾਈਡਡ ਬਾਈ 2 ਦੇ ਇਕੁਅਲ ਆ, ਸੋ 2 1 ਆ 2, 1/2 ਆਂਸਰ ਆ ਗਿਆ। R1 ਓਵਰ R2 ਦਾ ਆਂਸਰ ਕਿੰਨਾ ਆ ਗਿਆ 1/2, R2 ਉੱਧਰ ਲੈ ਕੇ ਤੇ R1 ਨਾਲ ਮਲਟੀਪਲਾਈ ਕੀਤਾ ਤਾਂ 100 ਮੀਟਰ ਜਿਹੜਾ ਸਾਡਾ ਆਂਸਰ ਆ ਜਾਏਗਾ। ਨੈਕਸਟ 12th ਕੁਐਸਚਨ ਵੈਕਟਰ ਕੁਆਂਟੀਟੀਜ਼ ਹੀ ਪਤਾ ਕਰਨੀਆਂ ਬੱਚੇ। ਇਹ ਲਾਸਟ ਵੀਡੀਓ ਦੇ ਵਿੱਚ ਇਹਨੂੰ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਸੀ, ਸੋ ਟਰਾਈ ਕਰਨਾ ਕਿ ਇਹ ਕੁਐਸਚਨ ਖੁਦ ਕਰਕੇ ਦੇਖਣਾ। ਨੈਕਸਟ ਆ ਬੱਚੇ 2 ਡਿਮੈਂਸ਼ਨ ਫਾਰਮੂਲਾ 2 ਡਿਮੈਂਸ਼ਨਲ ਮੋਸ਼ਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਇੰਸਟੈਂਟੇਨੀਅਸ ਵੈਲੋਸਿਟੀ V0 ਗਿਵਨ ਆ, V0 ਉਹਨਾਂ ਨੇ ਕਿਹਾ ਕਿ ਪੋਜ਼ਿਟਿਵ ਆ। ਇੰਸਟੈਂਟੇਨੀਅਸ ਸਪੀਡ ਆ ਤਾਂ ਉਹ ਪੋਜ਼ਿਟਿਵ ਹੀ ਹੋਏਗਾ ਕਿਉਂਕਿ ਡਿਸਟੈਂਸ ਨਾਲ ਮੈਚਰ ਕਰ ਰਹੀ ਆ। ਦੈਨ ਵਿਚ ਆਫ ਦ ਫੋਲੋਇੰਗ ਆਰ ਨੈਸੈਸਰਲੀ ਟਰੂ, ਇਹਨਾਂ ਵਿੱਚੋਂ ਕਿਹੜੀ ਆ ਜਿਹੜੀ ਉਹ ਟਰੂ ਸਟੇਟਮੈਂਟ ਹੋਏਗੀ। ਨੰਬਰ 1 ਕੀ ਆ, the average velocity is not zero at any time, ਕਹਿੰਦੇ average velocity not zero at any time, ਕਿਸੇ ਵੀ ਟਾਈਮ ਤੇ ਨੋਟ ਜ਼ੀਰੋ ਹੋ ਸਕਦੀ ਹੈ, ਨੋਟ ਜ਼ੀਰੋ ਜਿਹੜੀ ਆ ਨਹੀਂ ਹੋ ਸਕਦੀ। ਸੈਕਿੰਡ ਆ ਐਵਰੇਜ ਐਕਸਲਰੇਸ਼ਨ ਮਸਟ ਆਲਵੇਜ਼ ਵੈਨਿਸ਼, ਵੈਨਿਸ਼ ਮਤਲਬ ਨਾ ਦੇ ਬਰਾਬਰ, ਨਿਗਲੈਕਟ ਕਰ ਦੇਣਾ, ਕਹਿੰਦੇ ਕਰ ਸਕਦੇ ਆ, ਮਸਟ ਆਲਵੇਜ਼ ਹਮੇਸ਼ਾ ਹੋਣੀ ਚਾਹੀਦੀ ਆ, ਹਮੇਸ਼ਾ ਨਹੀਂ ਹੋਣੀ ਚਾਹੀਦੀ। ਨੈਕਸਟ ਆ ਡਿਸਪਲੇਸਮੈਂਟ ਇਨ ਇਕੁਅਲ ਟਾਈਮ ਇੰਟਰਵਲ ਆਰ ਇਕੁਅਲ, ਬੱਚੇ ਜਿਹੜੀ ਡਿਸਪਲੇਸਮੈਂਟ ਆ ਉਹ ਕਦੇ ਵੀ ਇਕੁਅਲ ਇੰਟਰਵਲ ਆਫ ਟਾਈਮ ਦੇ ਉੱਪਰ ਇਕੁਅਲ ਨਹੀਂ ਹੁੰਦੀ ਹੈਗੀ, ਠੀਕ ਹੈ। ਡਿਸਟੈਂਸ ਹੋ ਸਕਦੀ ਹੈ, ਡਿਸਪਲੇਸਮੈਂਟ ਨਹੀਂ ਹੋ ਸਕਦੀ। ਨੈਕਸਟ ਆ ਐਵਰੀ ਪਾਥ ਲੈਂਥ ਆਰ ਟਰਾਂਸਵਰਜ਼ਲ ਇਨ ਇਕੁਅਲ ਇੰਟਰਵਲ, ਟਰਾਂਸਵਰਜ਼ਲ ਦਾ ਮਤਲਬ ਕੀ ਹੁੰਦਾ ਆ ਕਿ ਅਗਰ ਅਸੀਂ 2 ਡਿਮੈਂਸ਼ਨ ਦੇ ਵਿੱਚ ਕੋਈ ਮੋਸ਼ਨ ਕਰ ਰਹੇ ਹਾਂ ਤਾਂ ਇੰਸਟੈਂਟੇਨੀਅਸ ਸਪੀਡ ਜਿਹੜੀ ਆ ਅਗਰ ਅਸੀਂ ਉਹਨੂੰ ਪੋਜ਼ਿਟਿਵਲੀ ਲੈਂਦੇ ਹਾਂ ਤੇ ਕੌਨਸਟੈਂਟ ਲੈਂਦੇ ਹਾਂ। ਮੰਨ ਲਓ ਕਿ ਅਸੀਂ ਸਕੂਲ ਤੋਂ ਲੈ ਕੇ ਘਰ ਤੱਕ ਜਾ ਰਹੇ ਹਾਂ, ਅਸੀਂ 30 ਦੀ ਸਪੀਡ ਦੇ ਨਾਲ ਸਕੂਟਰੀ ਚਲਾ ਰਹੇ ਹਾਂ, ਕੌਨਸਟੈਂਟ ਹੀ ਚੱਲ ਰਹੇ ਹਾਂ, ਤਾਂ ਇਕੁਅਲ ਡਿਸਟੈਂਸ ਜਿਹੜਾ ਇਕੁਅਲ ਇੰਟਰਵਲ ਆਫ ਟਾਈਮ ਦੇ ਵਿੱਚ ਜਿਹੜਾ ਆ ਕਵਰ ਕੀਤਾ ਜਾਏਗਾ। ਅਗਰ 2 ਡਿਮੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ ਲਾਸਟ ਵਾਲੀ ਆਪਸ਼ਨ ਬਿਲਕੁਲ ਕਰੈਕਟ ਆ। ਐਵਰੀ ਪਾਥ ਲੈਂਥ, ਇਹਨਾਂ ਨੇ ਥੋੜ੍ਹੀ ਜਿਹੀ ਵਰਡਿੰਗ ਚੇਂਜ ਕਰ ਦਿੱਤੀ, ਇੱਥੇ ਵਰਡਿੰਗ ਪਾਥ ਲੈਂਥ ਦੀ ਜਗ੍ਹਾ 'ਤੇ ਡਿਸਟੈਂਸ ਜੇ ਆਪਾਂ ਲਿਖਦੇ ਤਾਂ ਤੁਹਾਨੂੰ ਕਲੀਅਰਲੀ ਸਮਝ ਲੱਗ ਜਾਣਾ ਸੀ। ਡਿਸਟੈਂਸ ਇਨ ਇਕੁਅਲ ਟਾਈਮ ਇੰਟਰਵਲ ਆਰ ਇਕੁਅਲ, ਤਾਂ ਉਹਨਾਂ ਨੇ ਇਕੁਅਲ ਪਾਥ ਲੈਂਥ ਲਿਖ ਦਿੱਤਾ, ਕਲੀਅਰ ਹੋ ਗਿਆ। ਇਕੁਅਲ ਪਾਥ ਲੈਂਥ ਮਤਲਬ ਡਿਸਟੈਂਸ ਦੀ ਗੱਲ ਹੀ ਕੀਤੀ ਗਈ ਆ ਉਹਨਾਂ ਨੇ। ਆਰ ਟਰਾਂਸਵਰਸਡ ਇਨ ਇਕੁਅਲ ਟਾਈਮ, ਟਰਾਂਸਵਰਸ ਮਤਲਬ ਟਰੈਵਲ ਕਰ ਰਹੀ ਹੈ ਇਕੁਅਲ ਟਾਈਮ ਇੰਟਰਵਲ ਦੇ ਵਿੱਚ। ਡਨ। ਸੋ ਬੱਚੇ ਸਾਡੇ 13th ਤੱਕ ਕੁਐਸਚਨ ਸੀ। ਸੋ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਕੁਐਸਚਨ ਨੰਬਰ 14 ਥਾ ਬੱਚੇ, ਤੁਸੀਂ ਖੁਦ ਕਰ ਸਕਦੇ ਹਾਂ, ਟਰਾਈ ਕਰਕੇ ਦੇਖਣਾ। ਨੈਕਸਟ ਆ 3 ਵੈਕਟਰਸ A B C ਐਡ ਅਪ ਟੂ 0, ਜਦੋਂ ਅਸੀਂ ਅਪ ਟੂ 0 ਨੂੰ ਐਡ ਕਰਦੇ ਹਾਂ ਵਿਚ ਫਾਈਂਡ ਵਿਚ ਇਜ਼ ਫਾਲਸ, ਇਹਨਾਂ ਵਿੱਚੋਂ ਗਲਤ ਸਟੇਟਮੈਂਟ ਕਿਹੜੀ ਆ। ਕਹਿੰਦੇ A ਕ੍ਰੋਸ B ਕ੍ਰੋਸ C ਜਿਹੜੀ ਆ ਇਜ਼ ਨੋਟ ਜ਼ੀਰੋ, ਇਹ ਜ਼ੀਰੋ ਨਹੀਂ ਹੋ ਸਕਦੀ ਅਨਲੈਸ B ਵੈਕਟਰ ਤੇ C ਵੈਕਟਰ ਆਰ ਪੈਰਲਲ, ਜਦੋਂ ਤੱਕ ਇਹ ਪੈਰਲਲ ਨਾ ਹੋ ਜਾਣ, ਕਿਉਂਕਿ ਸਾਨੂੰ ਪਤਾ ਬੱਚੇ ਪੈਰਲਲ ਦੀ ਕੰਡੀਸ਼ਨ ਆ B ਵੈਕਟਰ ਕ੍ਰੋਸ C ਵੈਕਟਰ ਜ਼ੀਰੋ ਕਦੋਂ ਹੋਏਗੀ, ਜਦੋਂ ਇਹ ਪੈਰਲਲ ਦੀ ਕੰਡੀਸ਼ਨ ਆ। ਸਿਮਿਲਰਲੀ B ਵੈਕਟਰ ਡੋਟ C ਵੈਕਟਰ ਇਕੁਅਲਸ ਟੂ ਜ਼ੀਰੋ ਕਦੋਂ ਹੋਏਗੀ, ਡੋਟ ਪ੍ਰੋਡਕਟ ਦੇ ਵਿੱਚ ਜਦੋਂ ਉਹਦੀ ਪਰਪੈਂਡੀਕੂਲਰ ਕੰਡੀਸ਼ਨ ਹੋਵੇ। ਸੋ ਉਹਨਾਂ ਨੇ ਕਿਹਾ ਅਪ ਟੂ 0 ਕਿ ਅਸੀਂ ਆਨਸਰ ਲੱਭਣਾ ਆ ਅਪ ਟੂ 0 ਔਰ ਇਹਨਾਂ ਨੇ ਆਪਸ਼ਨ ਦੇ ਵਿੱਚ ਦਿੱਤਾ ਆ A ਕ੍ਰੋਸ B ਕ੍ਰੋਸ C ਇਜ਼ ਨੋਟ ਜ਼ੀਰੋ, ਨੋਟ ਜ਼ੀਰੋ ਮਤਲਬ ਜ਼ੀਰੋ ਹੋ ਹੀ ਨਹੀਂ ਸਕਦਾ, ਜਦ ਕਿ ਕੰਡੀਸ਼ਨ ਦਿੱਤੀ ਆ ਕਿ B ਕ੍ਰੋਸ B ਔਰ C ਪੈਰਲਲ ਆ। ਜੇ B ਐਂਡ C ਪੈਰਲਲ ਆ ਤਾਂ ਡੈਫੀਨੇਟਲੀ ਇਹਦਾ ਆਨਸਰ ਬੱਚੇ ਜ਼ੀਰੋ ਆਊਗਾ, ਜ਼ੀਰੋ ਨੂੰ A ਨਾਲ ਮਲਟੀਪਲਾਈ ਕਰਾਂਗੇ ਤਾਂ ਜ਼ੀਰੋ ਹੀ ਆਨਸਰ ਆਏਗਾ, ਜਦ ਕਿ ਉਹ ਕੀ ਕਹਿ ਰਹੇ ਨੋਟ ਜ਼ੀਰੋ ਆ। ਸੋ ਇਹੀ ਸਟੇਟਮੈਂਟ, ਪਹਿਲੀ ਸਟੇਟਮੈਂਟ ਗਲਤ ਆ। 16th ਕੁਐਸਚਨ ਦੇਖੋ, ਕਹਿੰਦੇ ਇਟ ਇਜ਼ ਫਾਊਂਡ ਦੈਟ A ਵੈਕਟਰ ਪਲਸ B ਵੈਕਟਰ ਮੈਗਨੀਟਿਊਡ ਆਫ A ਵੈਕਟਰ ਇਟ ਇਜ਼ ਨੈਸੈਸਰਲੀ ਇੰਪਲਾਈਜ਼, ਇਹ ਦੋਨੋਂ ਵੈਲਿਊਜ਼ ਕਦੋਂ ਬਰਾਬਰ ਹੋ ਸਕਦੀਆਂ ਬੱਚੇ। ਆਹ ਵਾਲੀ ਵੈਲਿਊ ਦੇ ਬਰਾਬਰ ਕਦੋਂ ਹੋ ਸਕਦੀ, ਜੇ ਅਸੀਂ B ਦੀ ਵੈਲਿਊ 0 ਪੁੱਟ ਕਰ ਦਈਏ। ਜੇ B ਦੀ ਵੈਲਿਊ 0 ਪੁੱਟ ਕਰ ਦਿੱਤੀ ਤਾਂ ਆ ਜਾਏਗਾ A ਵੈਕਟਰ ਇਜ਼ ਇਕੁਅਲਸ ਟੂ A ਵੈਕਟਰ, ਠੀਕ ਹੈ ਜੀ। ਸੋ ਪਹਿਲੀ ਆਪਸ਼ਨ ਜਿਹੜੀ ਕਰੈਕਟ ਆ। ਸੈਕਿੰਡ ਆ A ਵੈਕਟਰ ਕੋਮਾ B ਵੈਕਟਰ ਆਰ ਐਂਟੀ ਪੈਰਲਲ, ਅਗਰ ਐਂਟੀ ਪੈਰਲਲ ਆ ਇਹਦਾ ਮਤਲਬ
ਜਿਹੜੀ ਬੀ ਦੀ ਵੈਲਿਊ ਆ ਉਹ ਨੈਗੇਟਿਵ 'ਚ ਪੁੱਟ ਕਰਾਂਗੇ। ਜੇ ਨੈਗੇਟਿਵ 'ਚ ਪੁੱਟ ਕੀਤੀ ਤਾਂ ਡੈਫੀਨੇਟਲੀ ਸਾਨੂੰ ਬੀ ਦੀ ਵੈਲਿਊ -2a ਵੈਕਟਰ ਪੁੱਟ ਕਰਨੀ ਪਏਗੀ। ਅਗਰ -2a ਪੁੱਟ ਕਰਦੇ ਹਾਂ ਤਾਂ -2a ਚੋਂ ਜਦੋਂ ਅਸੀਂ a ਨੂੰ ਮਾਈਨਸ ਕਰਾਂਗੇ ਤਾਂ ਕੀ ਆ ਜਾਏਗਾ, -a ਵੈਕਟਰ ਇਜ਼ ਇਕੁਅਲਸ ਟੂ a ਵੈਕਟਰ। ਕਿਉਂਕਿ ਇਹ ਮੈਗਨੀਟਿਊਡ ਆ, ਮੈਗਨੀਟਿਊਡ ਦੇ ਅੰਦਰੋਂ ਜਦੋਂ a ਨੂੰ ਬਾਹਰ ਨਿਕਾਲਾਂਗੇ ਬੱਚੇ ਦੋਨੋਂ ਹੀ ਪੋਜ਼ਿਟਿਵ ਆ ਜੂਗੇ। ਸੋ ਇਹ ਵੀ ਕਰੈਕਟ ਸਟੇਟਮੈਂਟ ਆ। ਐਂਟੀ ਪੈਰਲਲ ਵਾਲੀ ਵੀ a ਐਂਡ b ਆਰ ਪਰਪੈਂਡੀਕੂਲਰ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ, ਲੈਸ ਦੈਨ ਔਰ ਇਕੁਅਲ ਟੂ 0। ਸੋ ਬੇਸਿਕਲੀ ਬੱਚੇ ਇੱਥੇ 2 ਆਂਸਰ ਕਰੈਕਟ ਆ ਰਹੇ ਆ, a ਐਂਡ b। ਸੋ ਐਰਰ ਕਹਿ ਸਕਦੇ ਹਾਂ ਕੁਐਸਚਨ ਦੇ ਵਿੱਚ a ਔਰ b ਦੋਨੋਂ ਹੀ ਕਰੈਕਟ ਆ। ਐਕਸਪਲੇਨੇਸ਼ਨ ਦੇ ਵਿੱਚ ਵੀ ਬੱਚੇ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿ b ਜਿਹੜੀ ਆ 0 ਹੋ ਸਕਦੀ ਆ। ਨੈਕਸਟ ਦੇਖੋ, ਫਸਟ ਬੁਲਟ ਇਜ਼ ਫਾਇਰਡ ਹੌਰੀਜ਼ੋਂਟਲੀ। ਬੱਚੇ ਦਿਸ ਇਜ਼ ਦ ਮੋਸਟ ਇੰਪੋਰਟੈਂਟ ਕੁਐਸਚਨ। ਬਹੁਤ ਸਾਰੇ ਜਿਹੜੇ ਤੁਹਾਡੇ ਸੈਂਪਲ ਪੇਪਰ ਆ, ਸਤੰਬਰ ਦੇ ਪੇਪਰ ਆ, ਉਹਦੇ ਵਿੱਚ ਵੀ ਆ ਕੁਐਸਚਨ ਆਇਆ ਹੋਇਆ। ਸੋ ਇੰਪੋਰਟੈਂਟ ਕੁਐਸਚਨ ਆ, ਹਮੇਸ਼ਾ ਯਾਦ ਰੱਖਣਾ। ਅਗਰ ਬੁਲਟ ਨੂੰ ਅਸੀਂ ਸੇਮ ਹਾਈਟ ਸੇਮ ਸਪੀਡ ਤੋਂ ਇੱਧਰੋਂ ਉੱਧਰੋਂ ਸੁੱਟੀਏ ਤਾਂ ਹਮੇਸ਼ਾ ਇੱਕ ਪੁਆਇੰਟ 'ਤੇ ਜਿੱਥੇ ਵੀ ਉਹ ਮੀਟ ਕਰੇਗਾ ਉਹ ਸਾਈਮਲਟੇਨੀਅਸਲੀ ਹੀ ਮੀਟ ਕਰੇਗਾ। ਠੀਕ ਹੈ, ਸੋ ਆਪਸ਼ਨ ਨੰਬਰ ਏ ਜਿਹੜੀ ਆ ਉਹ ਕਰੈਕਟ ਆਂਸਰ ਹੈ। ਨੈਕਸਟ ਦੇਖ ਲਓ, ਉਹਨਾਂ ਨੇ ਐਕਸਪਲੇਨ ਵੀ ਕੀਤਾ ਹੋਇਆ ਵੀ ਕਿੱਦਾਂ ਜਿਹੜੀ ਆ ਸਾਈਮਲਟੇਨੀਅਸਲੀ ਆਉਂਦਾ। ਅੱਗੇ ਆ, ਇਫ ਦ ਟਾਈਮ ਆਫ ਫਲਾਈਟ ਆਫ ਅ ਪ੍ਰੋਜੈਕਟਾਈਲ ਇਜ਼ ਡਬਲ। ਅਸੀਂ ਅਗਰ ਟਾਈਮ ਆਫ ਫਲਾਈਟ ਨੂੰ ਡਬਲ ਕਰ ਦਈਏ ਤਾਂ ਮੈਕਸਿਮਮ ਹਾਈਟ ਅਟੇਨਡ ਵਿਲ ਬੀ, ਤਾਂ ਮੈਕਸਿਮਮ ਜਿਹੜੀ ਹਾਈਟ ਆ ਉਹ ਕਿੰਨੀ ਹੋਏਗੀ। ਸੋ ਬੱਚੇ ਆਹੀ ਸੇਮ ਕੁਐਸਚਨ ਕੱਲ੍ਹ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਵੀ ਐਕਸਪਲੇਨ ਕੀਤਾ ਗਿਆ ਸੀ। ਲਾਸਟ ਜਿਹੜੇ MCQs ਆ ਉਹਦੇ ਵਿੱਚ ਵੀ ਸੇਮ ਐਕਸਪਲੇਨ ਕੀਤਾ ਗਿਆ ਸੀ। ਸੋ ਅਗਰ ਤੁਸੀਂ ਉਹ ਲੈਕਚਰ ਧਿਆਨ ਨਾਲ ਸੁਣਿਆ ਹੋਇਆ ਤਾਂ ਡੈਫੀਨੇਟਲੀ ਆਹ ਕੁਐਸਚਨ ਤੁਸੀਂ ਖੁਦ ਅਟੈਂਪਟ ਕਰ ਸਕਦੇ ਆ। ਜੇ ਨਹੀਂ ਕੀਤਾ ਤਾਂ ਪਿਛਲੀ ਵੀਡੀਓ ਇੱਕ ਵਾਰੀ ਜ਼ਰੂਰ ਦੇਖ ਲੈਣਾ। ਨੈਕਸਟ ਦੇਖੋ, 2 bullets are fired horizontally at the same height। same ਆ ਬੱਚੇ, same question ਆ, both simultaneously। so 19th question same ਆ, ਇਹਦੀ explanation ਵੀ same ਆ। ਸੋ ਇੱਕ ਵਾਰੀ ਦੇਖ ਲੈਣਾ। next ਆ, when air resistance is taken into account while dealing with the motion of a projectile, which of the following property of the projectile shows an increasing, ਜਿਹਦੇ ਵਿੱਚ ਜਿਹੜੀ ਵੈਲਿਊ ਆ ਉਹ ਇਨਕਰੀਜ਼ ਹੋਏਗੀ। ਨੰਬਰ 1 ਕੀ ਆ, ਜਿਹੜੀ ਕਹਿੰਦੇ ਰੇਂਜ ਆ ਉਹ ਇਨਕਰੀਜ਼ ਹੋ ਜਾਏਗੀ। ਸੋ ਬੱਚੇ ਰੇਂਜ, ਅਗਰ ਤੁਸੀਂ ਕੋਈ ਪ੍ਰੋਜੈਕਟਾਈਲ ਨੂੰ ਸੁੱਟ ਰਹੇ ਆ ਤਾਂ ਰੇਂਜ ਆਰ ਜਿਹੜੀ ਆ ਉਦੋਂ ਤੱਕ ਇਨਕਰੀਜ਼ ਨਹੀਂ ਹੋਊਗੀ ਜਦੋਂ ਤੱਕ ਤੁਸੀਂ ਕੋਈ ਜਿਹੜਾ ਐਂਗਲ ਆ ਮੈਕਸਿਮਮ ਐਂਗਲ ਨਹੀਂ ਅਪਲਾਈ ਕਰਦੇ। ਮੈਕਸਿਮਮ ਐਂਗਲ ਅਗਰ 45 ਆ ਤਾਂ ਬੱਚੇ ਰੇਂਜ ਇਸ ਤੋਂ ਵੱਧ ਹੋ ਹੀ ਨਹੀਂ ਸਕਦੀ। ਸੋ ਰੇਂਜ ਸਹੀ ਆਂਸਰ ਨਹੀਂ ਆ। ਮੈਕਸਿਮਮ ਹਾਈਟ ਵੀ ਉਨੀ ਰਹੇਗੀ। ਸਪੀਡ ਐਟ ਵਿਚ ਇਟ ਸਟਰਾਈਕ ਦ ਗਰਾਊਂਡ, ਸਪੀਡ ਵੀ ਬੱਚੇ ਜਿੰਨੀ ਸਪੀਡ ਨਾਲ ਤੁਸੀਂ ਸੁੱਟੋਗੇ ਉਨੇ 'ਤੇ ਹੀ ਰਹੇਗੀ। ਐਂਗਲ ਐਟ ਵਿਚ ਦ ਸਪੀਡ ਸਟਰਾਈਕ ਪ੍ਰੋਜੈਕਟਾਈਲ ਸਟਰਾਈਕ ਦ ਗਰਾਊਂਡ। ਸੋ ਐਂਗਲ ਤੁਹਾਨੂੰ ਪਹਿਲਾਂ ਹੀ ਮੈਂਸ਼ਨ ਕਰ ਦਿੱਤਾ, ਜੇ ਐਂਗਲ 45 ਆ ਤਾਂ ਮੈਕਸਿਮਮ ਰਹੇਗੀ। ਜੇ ਐਂਗਲ ਘਟ ਗਿਆ, ਠੀਕ ਆ, ਤਾਂ ਆ ਚੀਜ਼ ਵੱਧ ਜਾਣੀ। ਜੇ ਐਂਗਲ ਵੱਧ ਗਿਆ ਤਾਂ ਆ ਚੀਜ਼ ਘਟ ਜਾਣੀ। ਇਹਦਾ ਮਤਲਬ ਐਂਗਲ 'ਤੇ ਬੇਸਿਕਲੀ ਡਿਪੈਂਡ ਕਰਦਾ। ਸੋ ਡੀ ਆਪਸ਼ਨ। ਨੈਕਸਟ ਬੱਚੇ ਗ੍ਰਾਫ ਆ, ਵਿਚ ਆਫ ਦ ਫੋਲੋਇੰਗ ਵੈਲੋਸਿਟੀ ਟਾਈਮ ਗ੍ਰਾਫ ਸ਼ੋਜ਼ ਅ ਰੀਅਲਿਸਟਿਕ ਸਿਚੁਏਸ਼ਨ। ਰੀਅਲਿਸਟਿਕ ਸਿਚੁਏਸ਼ਨ ਜਿਹੜੀ ਆ ਉਹ ਕਿਹੜਾ ਐਕਸਪਲੇਨ ਕਰਦਾ, ਮਤਲਬ ਕੋਈ ਚੀਜ਼ ਇਨਕਰੀਜ਼ ਕਰ ਰਹੀ ਹੈ, ਫਿਰ ਡਿਕਰੀਜ਼ ਕਰ ਰਹੀ ਹੈ, ਫਿਰ ਇਨਕਰੀਜ਼ ਕਰ ਰਹੀ ਆ। ਸੋ ਪਹਿਲਾਂ ਉੱਪਰ ਨੂੰ ਜਾ ਰਹੇ ਹਾਂ, ਇੱਦਾਂ ਜਾ ਰਹੇ ਹਾਂ, ਫਿਰ ਡਿਕਰੀਜ਼ ਕਰ ਰਹੀ ਹੈ, ਫਿਰ ਇਨਕਰੀਜ਼ ਕਰ ਰਹੀ ਹੈ, ਫਿਰ ਡਿਕਰੀਜ਼ ਕਰ ਰਹੀ ਹੈ, ਤਾਂ ਆਹ ਇੱਦਾਂ ਦਾ ਗ੍ਰਾਫ ਹੋ ਸਕਦਾ। ਆਹ ਵਾਲਾ ਗ੍ਰਾਫ ਬੱਚੇ ਨਹੀਂ ਬਣ ਸਕਦਾ, ਨਾ ਹੀ ਆਹ ਵਾਲਾ ਹੋ ਸਕਦਾ, ਨਾ ਆਹ ਵਾਲਾ। ਸੋ ਬੀ ਜਿਹੜਾ ਆ ਉਹ ਰਾਈਟ ਆਂਸਰ ਆ। ਸੋ ਇੱਥੇ ਦਿੱਤਾ ਵੀ ਹੋਇਆ ਆ, ਬੋਡੀ ਕੈਨੋਟ ਹੈਵ ਮੋਰ ਦੈਨ 1 ਵੈਲੋਸਿਟੀ ਐਟ ਅ ਸੇਮ ਇੰਸਟੈਂਟ ਦੇ ਉੱਤੇ 2 ਵੈਲੋਸਿਟੀਜ਼ ਜਿਹੜੀਆਂ ਨਹੀਂ ਹੋ ਸਕਦੀਆਂ। ਇਸ ਕਰਕੇ ਜਿੱਦਾਂ ਇੱਥੇ ਆ ਬੱਚੇ ਆਹ ਵੈਲੋਸਿਟੀ ਆ, ਇੱਥੇ ਵੀ ਆ ਅਤੇ ਇੱਥੇ ਵੀ ਆ, ਠੀਕ ਹੈ। ਸੋ ਟਾਈਮ ਜਿਹੜਾ ਤੁਹਾਡਾ ਉਹ ਵੀ ਕਹਿ ਲਓ ਕਲੈਸ਼ ਕਰ ਰਿਹਾ। ਸੋ ਇਹ ਜਿਹੜਾ ਆ ਕਰੈਕਟ ਆਂਸਰ ਨਹੀਂ ਆ। ਨੈਕਸਟ ਟੈਨਿਸ ਬਾਲ ਵਾਲਾ ਆ ਬੱਚੇ, ਉਹ ਬਾਊਂਸ ਕਰਦਾ ਆ। ਸੋ ਇਹ ਵੀ ਅਸੀਂ ਲਾਸਟ ਵੀਡੀਓ ਦੇ ਵਿੱਚ ਐਕਸਪਲੇਨ ਕਰ ਚੁੱਕੇ ਹਾਂ। ਸੋ ਆਈ ਹੋਪ ਤੁਹਾਨੂੰ 22nd ਕੁਐਸਚਨ ਪੜ੍ਹਦੇ ਸਾਰ ਹੀ ਆਂਸਰ ਦਿਮਾਗ ਵਿੱਚ ਆ ਗਿਆ ਹੋਏਗਾ, ਜੇ ਤੁਸੀਂ ਲਾਸਟ ਵੀਡੀਓ ਬੱਚੇ ਦੇਖੀ ਆ। ਸੋ ਤੁਹਾਨੂੰ ਬੱਚੇ ਇਸ ਵੀਡੀਓ ਦੇ ਲਾਸਟ ਦੇ ਵਿੱਚ ਲਿੰਕ ਵੀ ਪ੍ਰੋਵਾਈਡ ਕਰ ਦੂੰਗੀ, ਤੁਸੀਂ ਉਹ ਵਾਲੀ ਲਾਸਟ ਵੀਡੀਓ ਦੇਖ ਸਕਦੇ ਆ। ਸੋ ਬੱਚੇ ਟਰਾਈ ਕਰੋ ਕਿ ਜਿਹੜੇ ਆਪਾਂ ਸੀਰੀਜ਼ ਸਾਡੀ ਚੱਲ ਰਹੀ ਆ, ਅੱਜ ਸਾਡਾ 4th ਲੈਕਚਰ ਆ +1 ਕਲਾਸ ਦਾ। ਆਲਰੇਡੀ 3 ਲੈਕਚਰ ਜਿਹੜੇ ਆ ਉਹ ਡਿਸਕਸ ਹੋ ਚੁੱਕੇ ਆ, ਇਸ ਕਰਕੇ ਮੈਂ ਕਹਿ ਰਹੀ ਹਾਂ ਵੀ ਲਾਸਟ ਵੀਡੀਓ ਦੇ ਵਿੱਚ ਆਹ ਵਾਲੇ MCQs ਅਸੀਂ ਡਿਸਕਸ ਕਰ ਚੁੱਕੇ ਹਾਂ। ਨੈਕਸਟ ਆ, ਇੱਕ ਬੁਲਟ ਆ, losses 1/20 of the velocity after penetrating a plank, how much planks are required to stop the bullet। ਸਾਨੂੰ ਕਿੰਨੇ plank ਚਾਹੀਦੇ ਆ ਕਿ ਅਸੀਂ ਉਸ ਬੁਲਟ ਨੂੰ ਰੋਕ ਸਕਦੇ ਹੋਈਏ। ਸੋ ਬੁਲਟ ਨੂੰ ਰੋਕਣ ਦੇ ਲਈ ਸਭ ਤੋਂ ਪਹਿਲਾਂ ਤਾਂ ਬੱਚੇ ਅਸੀਂ ਦੇਖਣਾ ਆ ਕਿ ਸਾਡੀ ਵੈਲੋਸਿਟੀ ਕਿੰਨੀ ਲੱਗੀ।
ਸੋ ਵੈਲੋਸਿਟੀ ਕਿੱਥੋਂ ਕੱਢਾਂਗੇ? ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਦਾ ਬੁਲਟ ਲੌਸਿਸ 1/20 ਆਫ ਇਟਸ ਵੈਲੋਸਿਟੀ। 1/20 ਮਤਲਬ u/20 ਜਿਹੜੀ ਆ ਲੌਸ ਕਰ ਦਿੱਤੀ ਆਪਣੀ ਵੈਲੋਸਿਟੀ। ਇਨੀਸ਼ੀਅਲ ਵੈਲੋਸਿਟੀ ਕਿੰਨੀ ਆ? u, ਠੀਕ ਆ, u ਮਾਈਨਸ u/20 ਉਹ ਤੁਹਾਡੀ ਫਾਈਨਲ ਵੈਲੋਸਿਟੀ ਆ ਜਾਊਗੀ। ਕਲੀਅਰ ਹੋ ਗਿਆ? ਸੋ ਇੱਥੋਂ ਤੁਹਾਡੀ ਵੈਲੋਸਿਟੀ ਆ ਗਈ 20 ਚੋਂ u ਮਾਈਨਸ ਕੀਤਾ ਤਾਂ ਆ ਗਿਆ 19u/20 ਆ ਤੁਹਾਡੀ ਫਾਈਨਲ ਵੈਲੋਸਿਟੀ ਆ ਗਈ। ਕਲੀਅਰ ਹੋ ਗਿਆ ਜੀ? ਸੋ ਇੱਥੇ ਇਹਨਾਂ ਨੇ ਸੋਲਵ ਵੀ ਕੀਤਾ ਹੋਇਆ ਆ 19u/20। ਹੁਣ ਅਸੀਂ ਕੋਈ ਇੱਕ ਫਾਰਮੂਲਾ ਇਕੁਏਸ਼ਨ ਆਫ ਮੋਸ਼ਨ ਦਾ ਕੋਈ ਇੱਕ ਫਾਰਮੂਲਾ ਚੱਕਣਾ ਜਿੱਥੋਂ ਅਸੀਂ डिस्टेंस जोड़ा आ फाइंड आउट कर सकते हैं। सो कितने जाके स्टॉप किया एक्सैक्ट्रा। सो v² माइनस u² इज इक्वल्स टू 2as लगा के बच्चे इतों असी एक रिलेशन फाइंड आउट कर लिया। नंबर ऑफ प्लैंक्स सानू नहीं पता किन्ने चाहिए, असी n लगाता। 2as इत्थे कितना होना चाहिए? 2as नंबर ऑफ प्लैंक्स मतलब n, सो कितना आ गया 2ans। क्लीयर हो गया जी? क्यों लगाया इत्थे? सो जिहड़ा नैगेटिव साइन आ बच्चे तां लगाया क्योंकि वो पैनीट्रेट कर रहा ਉਹਦੇ ਅੰਦਰ ਜਿਹੜਾ, ਇਸ ਕਰਕੇ ਨੈਗੇਟਿਵ ਐਕਸਲਰੇਸ਼ਨ ਲਗਾਤੀ ਤਾਂ ਨੈਗੇਟਿਵ ਨੇ ਨੈਗੇਟਿਵ ਨੂੰ ਕੈਂਸਲ ਆਊਟ ਕਰ ਦਿੱਤਾ। ਜੇ ਤੁਸੀਂ ਨੈਗੇਟਿਵ ਬੱਚੇ ਤੇ ਨਹੀਂ ਵੀ ਲਗਾਉਂਦੇ ਕੋਈ ਗੱਲ ਨਹੀਂ, ਕਿਉਂਕਿ ਨੰਬਰ ਆਫ ਜਿਹੜੇ ਪਲੈਂਕਸ ਆ ਉਹ ਕਦੇ ਨੈਗੇਟਿਵ ਨਹੀਂ ਆ ਸਕਦੇ ਵੀ ਤੁਸੀਂ ਨੰਬਰ ਆਫ ਪਲੈਂਕਸ -11 ਲੈ ਕੇ ਆਣੇ। 11 ਪਲੈਂਕਸ ਮਤਲਬ 11 ਹੀ ਲੈ ਕੇ ਆਉਂਗੇ। ਜੇ ਨੈਗੇਟਿਵ 'ਚ ਆਂਸਰ ਆ ਵੀ ਜਾਂਦਾ ਤਾਂ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਸੋ ਕੈਲਕੂਲੇਸ਼ਨ ਪ੍ਰੋਪਰ ਵੇ ਨਾਲ ਬੱਚੇ ਸੋਲਵ ਕਰਕੇ ਦੇਖ ਲੈਣਾ, ਡੈਫੀਨੇਟਲੀ ਜਿਹੜਾ ਤੁਹਾਡਾ ਆਂਸਰ ਆ ਜਾਏਗਾ। ਸੋ ध्यान रख लेना बच्चे किस तरीके ना कैलकुलेशन करनी है, क्योंकि सानू नंबर ऑफ प्लैंक्स चाहिए सी, सो असी n ना मल्टीप्लाई कर दिता। डन। नैक्सट आ जाओ। अ बॉडी फ्रीली फॉल फ्रॉम रेस्ट हैज़ अ वेलोसिटी v1 आफ्टर इट फॉल्स थ्रू अ हाइट h, द डिस्टेंस इट हैज़ फॉल डाउन फर्दर फॉर इट्स वेलोसिटी टू बिकम डबल। कि उहदी वेलोसिटी जिहड़ी आ डबल हो जाए, की करांगे? हुण असी इत्थे फॉर्मूला की लगा रहे हैं v1/v2 ਦਾ होल स्केयर इज इक्वल्स टू h1/h2। ਹੁਣ ਉਹਨਾਂ ਨੇ ਕੀ ਕਿਹਾ? ਵੈਲੋਸਿਟੀ ਜਿਹੜੀ ਡਬਲ ਹੋ ਜਾਵੇ, v2 ਕੀ ਹੋ ਜਾਵੇ? ਡਬਲ। ਅਸੀਂ ਲਿਖ ਦਿੱਤਾ 2v, v ਨਾਲ v ਕੱਟਿਆ ਗਿਆ, ਆ ਗਿਆ ਜਦੋਂ ਸਕੇਅਰ ਸੋਲਵ ਕੀਤਾ 1/4, ਸੋ ਆ ਗਿਆ 1/4। ਆ 4 ਉਧਰ ਚਲਾ ਗਿਆ ਤਾਂ ਆ ਗਿਆ h2 ਦੀ ਵੈਲਿਊ 4h। h2 ਦੀ ਵੈਲਿਊ ਕਿੰਨੀ ਆ ਗਈ? 4h। ਇਨੀਸ਼ੀਅਲ ਉਹਨੇ ਹਾਈਟ ਕਿੰਨੀ ਕਵਰ ਕੀਤੀ? h। 4h ਵਿੱਚੋਂ h ਮਾਈਨਸ ਕੀਤੀ ਤਾਂ ਆ ਗਿਆ 3h, ਸੋ ਆਂਸਰ ਆ ਗਿਆ 3h। ਠੀਕ ਹੈ ਜੀ। ਨੈਕਸਟ ਆ ਜਾਓ। वेलोसिटी टाइम ग्राफ आ बच्चे किहड़ा हो सकता? तो ए ऑप्शन है, तो देख के ही पता लगता कि ए ऑप्शन है। डन। अगे आ जाओ। कहते 15 कोप्लेनर फोर्सिस आ। कोप्लेनर को मतलब नंबर ऑफ प्लेनर मतलब किन्ने बड़े प्लेन लै ले 15 आ जिहदे विच, ठीक है। ऑल ऑफ इक्वल मैगनीट्यूड जिन्हां दा साइज बराबर होगा। कीप द बॉडी इन इक्वलिब्रियम। अगर असी इक्वलिब्रियम दे विच रखते हैं तो एंगल पता करो बच्चे। एंगल मतलब कि अगर कोप्लेनर आ सो उन्होंने इदा रखांगे, ठीक है, सेंटर पॉइंट सेम आ, तो सेंटर ते एंगल कितना बनता? 360। सो थीटा कि इक्वल आ 360 डिवाइडेड बाय किन्ने कोप्लेनर आ? 15 ना डिवाइड कर दिता, सो कट के आ गया 24 डिग्री। सो 24 बी आंसर इज द राइट आंसर। नैक्सट आ अ बॉय इज हैंगिंग। एक जिहड़ा लड़का आ वो लटक रहा फ्रॉम अ हॉरिजोंटल ब्रांच ऑफ ट्री। एक ट्री की ब्रांच के नाल द टेंशन इन द आर्म विल बी मैक्सीमम। टेंशन किधर होंदी बच्चे? टेंशन एक तरह की फोर्स आ, बट जिहड़ी अपवर्ड डायरैक्शन च लगे। मान लो आ ब्रांच ऑफ ट्री है, इत्थे कोई लड़का आ जिहड़ा लटक रहा आ, ठीक है। अगर इस तरीके नाल लटक रहा आ तो उहदी जिहड़ी टेंशन आ दोनों बावां ते उपर वाले पासे नूं लग रही आ। इन द आर्म्स विल बी मैक्सीमम। मैक्सीमम कदों होएगा? हुण ध्यान नाल देखो बच्चे, उपर वाले पासे नूं टेंशन लग रही है, असी की लिखांगे? अगर उपर वाले डायरैक्शन च लग रही है तो इहदा रिजल्टेंट की होएगा? 2t बेस आ तो cos थीटा, 2t cos थीटा इज इक्वल्स टू mg। क्लीयर हो गया? असी लिख दिता 2t cos थीटा डिवाइडेड बाय mg। इत्थों t निकाल लिया, t के दी इक्वल आ गया 2 cos थीटा दे पैरां च लै गए। सो t मैक्सीमम आ, मैक्सीमम कदों होएगा? जदों दी वैल्यू 1 होएगी, ठीक है। सो आ गया mg डिवाइडेड बाय, हुण बच्चे cos थीटा इधर लै जाओ तो आ वाला जिहड़ा 2 इधर ही पिया रहन तो t असी मैक्सीमम करता मतलब 1 कर दिता, mg नूं निगलैक्ट कर दिता, आंसर आ गया 1/2। 1/2 थीटा की वैल्यू 1/2 कदों होंदी है? जदों 60 डिग्री होवे। ਇਹਦਾ मतलब दो आर्म्स आ, दोनों बावां आ, तो दोनों बावां नूं 2 नाल मल्टीप्लाई किया तो 120 डिग्री। ठीक है जी। नैक्सट बोर्ड वाला क्वेश्चन आ, सिंपल क्वेश्चन आ, तुसीं कर सकते हैं। नैक्सट बच्चे एंगुलर
A particle is moving along a circular path with a uniform speed. When a particle completely half a circular path, find the angle through which the angular velocity of particle will change. सो बच्चे सब तो पहला तो सर्कुलर पाथ बना लो। सर्कुलर पाथ आ यूनीफॉर्म स्पीड आ बच्चे यूनीफॉर्म स्पीड मतलब उन्होंने क्या फाइंड द एंगल थ्रू विच इट्स एंगुलर वेलोसिटी ऑफ द पार्टिकल विल चेंज, जिथे जाके थोड़ी वेलोसिटी चेंज हो जाए। उन्होंने पहला ही दिता आ कि यूनीफॉर्म स्पीड आ तो एंगल चेंज करने की लोड़ ही नहीं आ। सो एंगल कितना हो जाऊगा 0 डिग्री। ठीक है जी, नेक्स्ट आ जाओ। इफ रिटार्डिंग प्रोडक्शन बाय द एयर रेजिस्टेंस ऑफ सर्किट ऑफ प्रोजेक्टाइल इज 1/10 ऑफ एक्सेलरेशन ड्यू टू ग्रेविटी, द टाइम टू रीच द मैक्सिमम हाइट तक जाने दे लई उन्होंने किन्नी एक्सेलरेशन ड्यू टू ग्रेविटी चाहिए आ। सो कैलकुलेशन आप सॉल्व करके देखते हैं। सो बच्चे असी टाइम लिख दिता t इज टू 2u sin थीटा ओवर g। सो सब तो पहला असी लिख दिता 2u sin थीटा ओवर g। हुण उन्होंने क्या कि वह 1/10 जिहड़ा पार्ट आ वो एक्सेलरेशन ड्यू टू ग्रेविटी का डिक्रीज होया। सो असी की कीता बच्चे इत्थे 2 मिसिंग आ, इत्थे 2 लिख लो 2u sin थीटा ओवर g। टी डैश किदा इक्वल होएगा 2u sin थीटा डिवाइडेड बाय, हुण g की जगह ते क्या आऊगा 11 डिवाइडेड बाय 10, क्योंकि उत्थे लाइन लिखी हुई है 1/10। सो कितना होएगा g चो माइनस कर दिता 1/10 g। ठीक है, 10th सॉरी ऐड होएगा। ठीक है, सो उत्ते आ गया 10g प्लस g डिवाइडेड बाय 10। सो ऐड करके कितना आ गया 11g/10। क्लीयर हो गया। कित्थों आया बच्चे जी की वैल्यू। सो आ सारी टर्म हुण अगर असी इनू सॉल्व करिए तो आ गया 2u sin थीटा, इत्थे 2 लगाना ना भुलना, आ 10 ऊपर चला गया 11g। आ वाली सारी टर्म बच्चे की आ तुहाडी t, की आ t। सो कितना आ गया 10t डिवाइडेड बाय 11, 10t डिवाइडेड बाय 11। हुण असी परसेंटेज निकालनी आ तो परसेंटेज की हुंदी आ डेल्टा t माइनस टी डैश डिवाइडेड बाय टी। बाकी सारी टर्म तो आपस में कट्टी जाएगी, बाकी सारी कैलकुलेशन आ। सो कैलकुलेशन बच्चे करके देख लेना। टी कॉमन निकाल देना, टी ना टी कट्टिया गया, इत्थे आ गया 1 - 10 ओवर 11 डिवाइडेड बाय 1। सो एलसीएम लिता 11 - 10 डिवाइडेड बाय 11। सो कितना आ गया 1/11। 1/11 नू बच्चे सॉल्व करके देखोगे तो 0 पॉइंट दे विच आंसर आ जाएगा 0.9। ठीक है, सो 0.9। सो नू परसेंटेज निकालोगे तो 9%। फाइनली थोड़ा आंसर कितना आ जाएगा डिक्रीजिज बाय 9%। सो बच्चे लास्ट आंसर आ गया डिक्रीजिज बाय 9, डी ऑप्शन। क्लीयर हो गया। सो साडी इस वीडियो के बच्चे लास्ट 2 क्वेश्चंस आ प्रोजेक्टाइल गोज फोर्थ ऑन हॉरिजॉन्टल सरफेस ऑफ अर्थ व्हेन द एंगल ऑफ प्रोजेक्शन इज, कदों मैक्सिमम डिस्टेंस कवर करेगा, हॉरिजॉन्टल रेंज मैक्सिमम कदों कवर करूगा, आर सब तो ज़्यादा कदों होगा जो तुहाडा एंगल थीटा 45 डिग्री का होएगा। सो सिंपल आंसर आ 45 डिग्री। नेक्स्ट आ जाओ, when air resistance is taken into account while dealing with the motion of projectile। सो बच्चे पिछे वाला ही सेम क्वेश्चन आ। सो डी ऑप्शन राइट आंसर आ, पिछे भी एक्सप्लेन किया होया। सो डी ऑप्शन इज़ द राइट आंसर। सो बच्चे नैक्सट वीडियो के असी एप्लीकेशन बेस्ड क्वेश्चन करांगे जो कि असी कल करांगे। याद रखना बच्चे +1 की जो वीडियो आ वो शाम नू 6 6:30 हद 7 बजे तक जिहड़ा अपलोड हुंदी आ। सो जिन्ने भी स्टूडेंट्स आ प्लीज़ कोऑपरेट करो। 6-7 बजे के विचकार जी थोड़ी वीडियो अपलोड हो जाती है और टैलीग्राम चैनल के उपर थानू PDF मिल जाएगी। जिस दिन बच्चे थोड़ा वीडियो अपलोड होंगी उस दिन थानू टैलीग्राम चैनल के उपर थानू PDF मिलेगी। इसका मतलब अज थानू जी नॉलेज बेस्ड क्वेश्चन की 2nd यूनिट की PDF थानू टैलीग्राम चैनल के उपर मिल जाएगी। बच्चे इस चैनल का नाम भी फिजिक्स विद रिंपल मैम और टैलीग्राम चैनल का नाम भी फिजिक्स विद रिंपल मैम। क्लीयर हो गया। सो वीडियो नू लाइक कर देना, शेयर कर देना, सबसक्राइब करना ना भूलना। थैंक यू सो मच।